ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ 7ਵਾਂ ਭਾਗ। ਤੀਰਥਾਂ ਦੀ ਗਿਣਤੀ ਵਧਾਉਣ ਲਈ ਘੜੀ ਹੋਈ ਅਦਭੁਤ ਗਾਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਾਹਮਣ ਨੇ ਮੰਦਰਾਂ ਨੂੰ ਮਾਇਕ ਆਮਦਨ ਵਧਾਉਣ ਦੇ ਸਾਧਨ ਅਤੇ ਕਾਮ ਵਾਸ਼ਨਾ ਦੀ ਪੂਰਤੀ ਦਾ ਅੱਡਾ ਬਣਾ ਲੈਣ ਦੀ ਯੋਜਨਾ ਅਧੀਨ ਜਿਹੜੀਆਂ ਮਨ ਘੜਤ ਕਹਾਣੀਆਂ ਲਿਖੀਆਂ ਹੋਈਆਂ ਸਨ, ਉਹਨਾਂ ਵਿੱਚੋਂ ਕਈ ਇਸ ਪੁਸਤਕ ਦੇ ਪਹਿਲੇ ਭਾਗ ਵਿੱਚ ਆ ਚੁੱਕੀਆਂ ਹਨ। ਇੱਕ ਕਹਾਣੀ ਇਸ ਪ੍ਰਕਾਰ ਹੈ। ਦਕਸ਼ ਨਾਮੀ ਇੱਕ ਪ੍ਰਜਾਪਤ ਦਾ ਜ਼ਿਕਰ ਰਿਗਵੇਦ ਅਥਵਾ ਪੁਰਾਣਾਂ ਵਿੱਚ ਆਉਂਦਾ ਹੈ। ਗਰੁੜ ਪੁਰਾਣ ਅਨੁਸਾਰ ਦਕਸ਼ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਉਤਪੰਨ ਹੋਇਆ ਸੀ ਅਤੇ ਇਸ ਦੀ ਇਸਤਰੀ ਬ੍ਰਹਮਾ ਦੇ ਖੱਬੇ ਅੰਗੂਠੇ ਵਿੱਚੋਂ ਪੈਦਾ ਹੋਈ ਸੀ। ਭਾਗਵਤ ਪੁਰਾਣ ਦੀ ਦਲੀਲ ਇਹ ਹੈ ਕਿ ਦਕਸ਼ ਬ੍ਰਹਮਾ ਦਾ ਮਾਨਸ ਪੁੱਤਰ ਸੀ ਅਤੇ ਉਸ ਦੀ ਇਸਤਰੀ ਮਨ ਭਗਵਾਨ ਦੀ ਪੁੱਤਰੀ ਪਰਸ਼ੂਤ ਸੀ। ਵਿਸ਼ਨੂੰ ਪੁਰਾਣ ਤੇ ਮਹਾਭਾਰਤ ਅਨੁਸਾਰ ਦਕਸ਼ ਪ੍ਰਜਾਪਤ ਪ੍ਰਚੇਤਾ ਦਾ ਪੁੱਤਰ ਹੈ। ਪਰ ਸਾਰੇ ਪੁਰਾਣ ਇਸ ਗੱਲ 'ਤੇ ਸਹਿਮਤ ਹਨ ਕਿ ਦਕਸ਼ ਨੇ ਸੰਸਾਰ ਰਚਨਾ ਵਿੱਚ ਬੜਾ ਤਕੜਾ ਹਿੱਸਾ ਪਾਇਆ ਸੀ। ਇਸ ਨੇ ਬਹੁਤ ਧੀਆਂ ਪੈਦਾ ਕੀਤੀਆਂ ਸਨ, ਜਿਨ੍ਹਾਂ ਵਿੱਚੋਂ 10 ਧਰਮਰਾਜ ਨੂੰ, 13 ਮਰੀਚ ਦੇ ਪੁੱਤਰ ਕਸ਼ਯਪ ਨੂੰ, 27 ਚੰਦਰਮਾ ਨੂੰ ਅਤੇ ਇੱਕ ਸਤੀ ਸ਼ਿਵਜੀ ਨੂੰ ਵਿਆਹੀ ਸੀ। ਕੁੱਲ 51 ਧੀਆਂ। ਨੋਟ ਯਾਦ ਰਹੇ ਕਿ ਸ੍ਰੀਮਦ ਭਾਗਵਤ ਪੁਰਾਣ ਵਿੱਚ ਕ੍ਰਿਸ਼ਨ ਜੀ ਦੀਆਂ 16,108 ਧੀਆਂ ਅਤੇ ਇਸ ਤੋਂ 10 ਗੁਣਾ ਪੁੱਤਰ ਲਿਖੇ ਹਨ। ਕਿ ਕ੍ਰਿਸ਼ਨ ਜੀ ਨੇ ਸੰਸਾਰ ਦੀ ਆਬਾਦੀ ਵਧਾਉਣ ਵਿੱਚ ਘੱਟ ਹਿੱਸਾ ਪਾਇਆ ਸੀ? ਸੱਚ ਕਿਸ ਗੱਲ ਨੂੰ ਸਮਝਿਆ ਜਾਵੇ। ਦਕਸ਼ ਨੇ ਯੱਗ ਕੀਤਾ ਤਾਂ ਹੋਰ ਸਾਰੀਆਂ ਧੀਆਂ ਨੂੰ ਪਰਿਵਾਰਾਂ ਸਮੇਤ ਬੁਲਾ ਲਿਆ, ਪਰ ਸਤੀ ਅਥਵਾ ਸ਼ਿਵਜੀ ਨੂੰ ਸੱਦਾ ਨਾ ਭੇਜਿਆ। ਸ਼ਿਵਜੀ ਇਸ ਤਰ੍ਹਾਂ ਬਿਨਾਂ ਸੱਦਿਆਂ ਜਾਣ ਦੇ ਹੱਕ ਵਿੱਚ ਨਹੀਂ ਸਨ, ਪਰ ਸਤੀ ਇਕੱਲੀ ਹੀ ਆਪਣੇ ਪਿਤਾ ਦੇ ਯੱਗ ਵਿੱਚ ਚਲੀ ਗਈ। ਉੱਥੇ ਸਤੀ ਨੇ ਆਪਣੇ ਪਤੀ ਦੀ ਨਿਰਾਦਰੀ ਵੇਖ ਕੇ ਜੱਗ ਕੁੰਡ ਵਿੱਚ ਡਿੱਗ ਕੇ ਪ੍ਰਾਣ ਤਿਆਗ ਦਿੱਤੇ। ਸ਼ਿਵਜੀ ਨੇ ਆ ਕੇ ਜੱਗ ਨਾਸ਼ ਕਰ ਦਿੱਤਾ ਅਤੇ ਦਕਸ਼ ਆਪਣੇ ਸਹੁਰੇ ਦਾ ਸਿਰ ਵੱਢ ਕੇ ਬੱਕਰੇ ਦਾ ਸਿਰ ਲਾ ਦਿੱਤਾ। ਮੋਹ ਵਸ ਹੋ ਕੇ ਸ਼ਿਵ ਨੇ ਆਪਣੀ ਘਰ ਦੀ ਸਤੀ ਦੀ ਲੋਥ ਅਗਨੀ ਕੁੰਡ ਵਿੱਚੋਂ ਕੱਢ ਲਈ ਅਤੇ ਮੋਢੇ 'ਤੇ ਚੁੱਕ ਕੇ ਰਾਤ ਦਿਨ ਬਿਨਾਂ ਵਿਸ਼ਰਾਮ ਦੇ ਤੁਰਿਆ ਫਿਰੇ। ਵਿਸ਼ਨੂੰ ਨੇ ਲੋਥ ਦੀ ਮੰਦੀ ਹਾਲਤ ਵੇਖ ਕੇ ਸੁਦਰਸ਼ਨ ਚੱਕਰ ਮਾਰਿਆ ਤੇ ਲੋਥ ਦੇ ਟੁਕੜੇ ਟੁਕੜੇ ਕਰ ਦਿੱਤੇ। ਜਿਸ ਥਾਂ ਸਤੀ ਦੇ ਅੰਗ ਡਿੱਗੇ ਉਹ ਸਾਰੇ ਪਵਿੱਤਰ ਤੀਰਥ ਬਣ ਗਏ। ਜਿਵੇਂ ਜਿੱਥੇ ਜੀਭ ਡਿੱਗੀ ਮਿੱਥ ਲਈ, ਉਹ ਜਵਾਲਾਮੁਖੀ ਬਣ ਗਈ। ਨੇਤਰਾਂ ਦੇ ਡਿੱਗਣ ਦੀ ਥਾਂ ਮਿੱਥ ਕੇ ਨੈਣਾ ਦੇਵੀ ਮੰਦਰ ਬਣਾ ਲਿਆ। ਇਸ ਤਰ੍ਹਾਂ ਇਸਤਰੀ ਦੇ ਗੁਪਤ ਅੰਗਾਂ, ਛਾਤੀਆਂ ਅਥਵਾ ਸਾਰੇ ਅੰਗਾਂ ਦਾ ਵੱਖ-ਵੱਖ ਥਾਈਂ ਡਿੱਗਿਆ ਮਿੱਥ ਕੇ ਤੀਰਥ ਅਸਥਾਨ ਬਣਾ ਲਏ। ਤੰਤਰ ਚੂੜਮਣ ਗ੍ਰੰਥ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ 51 ਥਾਂ ਡਿੱਗੇ ਸਨ ਅਤੇ ਉਹ ਸਾਰੇ ਦੇਵੀ ਪੀਠ ਕਹੇ ਜਾਂਦੇ ਹਨ। ਸ਼ਿਵ ਜੀ ਦੇ ਗੁਪਤ ਅੰਗ ਲਿੰਗ ਦੀ ਪੂਜਾ ਆਰੰਭ ਕਰਾ ਲੈਣ ਦੇ ਸਫਲ ਤਜਰਬੇ ਮਗਰੋਂ ਵਿਪਰ ਜੀ ਨੇ ਪਾਰਬਤੀ ਦੇ ਉਹਨਾਂ ਸਾਰੇ ਅੰਗਾਂ ਦੀ ਪੂਜਾ ਕਰਾਉਣੀ ਚਾਹੀ ਜਿਹੜੇ ਅੰਗ ਸਾਰੀਆਂ ਇਸਤਰੀਆਂ ਢੱਕ ਕੇ ਰੱਖਦੀਆਂ ਹਨ। ਬ੍ਰਾਹਮਣ ਦੀ ਇਸ ਸੋਚ ਨੇ ਅਸ਼ਲੀਲ ਕਹਾਣੀ ਨੂੰ ਜਨਮ ਦੇ ਦਿੱਤਾ। ਇਸ ਗੱਲ ਦੀ ਵੀ ਜਰਾ ਪਰਵਾਹ ਨਾ ਕੀਤੀ ਕਿ ਸੜ ਮਰੀ ਪਤਨੀ ਦੀ ਲੋਥ ਕਿਸ ਤਰ੍ਹਾਂ ਚੁੱਕੀ ਫਿਰਨ ਵਾਲੀ ਹਾਸੋਹੀਣੀ ਹਰਕਤ ਸਵਾਏ ਪਾਗਲ ਹੋ ਗਏ ਮਹਾਕਾਮੀ ਦੇ ਦੂਜਾ ਕੋਈ ਨਹੀਂ ਕਰ ਸਕਦਾ। ਅਜਿਹਾ ਕੋਈ ਸ਼ਿਵਜੀ ਦੇ ਮੱਥੇ ਮੜਨਾ ਸ਼ਿਵ ਭਗਤੀ ਨਹੀਂ, ਸਗੋਂ ਸ਼ਿਵਜੀ ਨਾਲ ਕੀਤਾ ਹੋਇਆ ਇੱਕ ਬੜਾ ਘਟੀਆ ਠੱਠਾ ਹੈ। ਇਹਨਾਂ ਤੀਰਥ ਅਸਥਾਨਾਂ 'ਤੇ ਇਸਤਰੀ ਦੇ ਗੁਪਤ ਅੰਗਾਂ ਦੀਆਂ ਅਸ਼ਲੀਲ ਮੂਰਤੀਆਂ ਦੇ ਦਰਸ਼ਨ ਅਤੇ ਉਹਨਾਂ ਦੀ ਪੂਜਾ ਕਰਨ ਵਾਲਿਆਂ ਭਗਤਾਂ ਦੇ ਸਾਰੇ ਪਾਪ ਨਾਸ ਹੋ ਜਾਣ ਦਾ ਭਰੋਸਾ ਬਣਾ ਦਿੱਤਾ। ਧਰਮ ਗ੍ਰੰਥਾਂ ਵਿੱਚ ਲਿਖ ਦਿੱਤਾ ਕਿ ਜਿਹੜਾ ਭਗਤ ਇਹਨਾਂ ਰੂਪਾਂ ਵਾਲੀ ਪਾਰਬਤੀ ਦੀ ਪੂਜਾ ਸ਼ਰਧਾ ਨਾਲ ਕਰਦਾ ਹੈ, ਉਹ ਸ਼ਿਵਪੁਰੀ ਵਿੱਚ ਨਿਵਾਸ ਕਰ ਸਕਣ ਦਾ ਹੱਕਦਾਰ ਬਣ ਜਾਂਦਾ ਹੈ। ਅਜਿਹੀ ਅਸ਼ਲੀਲਤਾ ਦੀ ਪੂਜਾ ਨੇ ਸੁਰਗਾਂ ਦੀ ਪ੍ਰਾਪਤੀ ਦਾ ਭਰਮ ਹੋਰ ਵੀ ਪੱਕਾ ਕਰ ਦਿੱਤਾ। ਬ੍ਰਾਹਮਣ ਦਾ ਬੋਲਿਆ ਕੋਰਾ ਝੂਠ ਪੂਰਨ ਸੱਚ ਬਣਦਾ ਗਿਆ ਅਤੇ ਅਗਿਆਨੀ ਸ਼ਰਧਾਲੂਆਂ ਦੀਆਂ ਭੀੜਾਂ ਵਾਧੇ ਪਈਆਂ ਰਹੀਆਂ। ਨੰਬਰ 9
ਕੁਰੂਕਸ਼ੇਤਰ ਅਥਵਾ ਕੁਰਖੇਤਰ। ਇਸ ਪ੍ਰਸਿੱਧ ਤੀਰਥ ਅਸਥਾਨ ਦਾ ਰਕਬਾ ਹਰਿਆਣੇ ਦੇ ਅੰਬਾਲਾ ਅਤੇ ਕਰਨਾਲ ਜ਼ਿਲ੍ਹਿਆਂ ਵਿੱਚ ਆਉਂਦਾ ਹੈ। ਇੱਕ ਥਾਂ ਲਿਖਿਆ ਹੈ ਕਿ ਇਹ ਇਲਾਕਾ ਘੱਗਰ ਨਦੀ ਦੇ ਉੱਤਰ ਅਤੇ ਸਰਸਵਤੀ ਨਦੀ ਦੇ ਦੱਖਣ ਵਿੱਚ ਹੈ। ਇਸ ਖੇਤਰ ਵਿੱਚ 365 ਤੀਰਥ ਪੂਰੇ ਸਾਲ ਦੇ ਦਿਨਾਂ ਜਿੰਨੇ ਲਿਖੇ ਹਨ। ਰਿਗਵੇਦ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਮਹਾਨ ਕੋਸ਼ ਪੰਨਾ 342 ਮਹਾਭਾਰਤ ਦੇ ਸ਼ਲ ਪਰਵ ਤੇ 53ਵੇਂ ਅਧਿਆਏ ਵਿੱਚ ਲਿਖਿਆ ਹੈ ਕਿ ਕੁਰ ਰਾਜ ਰਿਖੀ ਨੇ ਇਸ ਥਾਂ ਨੂੰ ਵਾਹਿਆ ਸੀ। ਇਸ ਕਾਰਨ ਇਸ ਦਾ ਨਾਮ ਕੁਰੂਕਸ਼ੇਤਰ ਹੋਇਆ। ਇਹ ਵੀ ਲਿਖਿਆ ਹੈ ਕਿ ਜੱਗ ਲਈ ਧਰਤੀ ਸਾਫ਼ ਕਰਨ ਵਾਸਤੇ ਰਾਜੇ ਆਪ ਹਲ ਵਾਹਿਆ ਕਰਦੇ ਸਨ। ਇਹ ਵਿਸ਼ਾਲ ਮੈਦਾਨ ਜੰਗਾਂ ਯੁੱਧਾਂ ਨਾਲ ਜੁੜਿਆ ਹੋਇਆ ਹੈ। ਪੰਜਾਂ ਪਾਂਡਵਾਂ ਅਤੇ ਕ੍ਰਿਸ਼ਨ ਜੀ ਤੋਂ ਬਿਨਾਂ ਮਹਾਭਾਰਤ ਗਾਥਾ ਵਿਚਲੇ ਲਗਭਗ ਸਾਰੇ ਯੋਧਿਆਂ ਦਾ ਅੰਤ ਇਸੇ ਮੈਦਾਨ ਵਿੱਚ ਹੀ ਹੋਇਆ ਲਿਖਿਆ ਹੈ। ਇਸ ਮੈਦਾਨ ਵਿੱਚ ਭਾਰਤ ਦੇ ਹੋਰ ਵੀ ਵੱਡੇ ਵੱਡੇ ਜੰਗ ਹੋਏ ਹਨ। ਕੁਰੂਕਸ਼ੇਤਰ ਰੇਲਵੇ ਸਟੇਸ਼ਨ ਵੀ ਹੈ। ਕੁਰੂਕਸ਼ੇਤਰ ਦੇ ਵਾਸੀਆਂ ਵਿੱਚ ਇਹ ਗਾਥਾ ਪ੍ਰਚਲਿਤ ਹੈ ਕਿ ਜਦ ਵਿਸ਼ਨੂੰ ਜੀ ਨੇ ਮਦ ਅਤੇ ਕੈਟਬ ਦੈਂਤ ਮਾਰੇ ਤਾਂ ਉਹਨਾਂ ਦੀ ਮਿੱਝ ਸਾਰੇ ਜਲ 'ਤੇ ਫੈਲ ਗਈ। ਪਰ 48 ਕੋਸ ਵਿੱਚ ਵਿਸ਼ਨੂੰ ਜੀ ਦੀ ਚੌਂਕੜੀ ਲੱਗੀ ਹੋਈ ਸੀ। ਇਸ ਕਰਕੇ ਇਸ ਥਾਂ 'ਤੇ ਮਿੱਝ ਨਹੀਂ ਸੀ ਪਈ, ਜਿਸ ਕਰਕੇ ਇਹ ਕੁਰੂਕਸ਼ੇਤਰ ਦੀ ਭੂਮੀ ਪਵਿੱਤਰ ਹੈ। ਦੋ ਦੈਂਤਾਂ ਨਾਲ ਲੜਾਈ ਕਰਦੇ ਸਮੇਂ ਜਿਨ੍ਹਾਂ ਨੂੰ ਏਡੇ ਬਲਵਾਨ ਲਿਖਿਆ ਹੈ ਕਿ 5000 ਸਾਲ ਦੇ ਘੋਰ ਯੁੱਧ ਮਗਰੋਂ ਮਸਾਂ ਹੀ ਵਿਸ਼ਨੂੰ ਨੇ ਮਾਰੇ ਸਨ। ਏਡੇ ਘੋਰ ਯੁੱਧ ਸਮੇਂ ਵਿਸ਼ਨੂੰ ਜੀ ਨੇ ਆਪਣੀ ਚੌਂਕੜੀ ਕਿਵੇਂ ਮਾਰ ਲਈ, ਜਿਸ ਨੇ 72 ਵਰਗ ਮੀਲ ਇਲਾਕੇ ਵਿੱਚ ਦੈਂਤਾਂ ਦੇ ਸਰੀਰ ਵਿੱਚੋਂ ਵਾਗਰੀ ਮਿੱਝ ਨਾ ਡਿੱਗਣ ਦਿੱਤੀ। ਫਿਰ ਜੇ ਸਿਰਫ ਇਹੀ ਥਾਂ ਦੈਂਤਾਂ ਦੀ ਅਪਵਿੱਤਰ ਮਿੱਝ ਡਿੱਗਣ ਤੋਂ ਬਚਿਆ ਰਹਿਣ ਕਾਰਨ ਪਰਮ ਪਵਿੱਤਰ ਹੈ, ਤਾਂ ਗੰਗਾ ਜਲ, ਪ੍ਰਯਾਗਰਾਜ ਅਥਵਾ ਕਪਾਲ ਮੋਚਨ ਆ ਜਿਹੇ ਕਈ ਪਵਿੱਤਰ ਤੀਰਥਾਂ ਦੀ ਪਵਿੱਤਰਤਾ ਕਿਵੇਂ ਬਚੀ ਰਹੀ? ਇਹਨਾਂ ਪ੍ਰਸ਼ਨਾਂ ਦਾ ਤਸੱਲੀ ਬਖਸ਼ ਉੱਤਰ ਇਹੀ ਹੈ ਕਿ ਇਹ ਸਾਰਾ ਕੁਝ ਕਲਪਨਾ ਦੀ ਉਪਜ ਇੱਕ ਮਿਥਿਆਕਾਰ ਹੈ। ਮਹਾਭਾਰਤ ਅਥਵਾ ਕਾਲਕਾ ਪੁਰਾਣ ਆਦਿ ਗ੍ਰੰਥਾਂ ਦੇ ਲੇਖ ਹਨ ਕਿ ਵਿਸ਼ਨੂੰ ਜੀ ਜਦ ਖੀਰ ਸਮੁੰਦਰ ਵਿੱਚ ਸੁੱਤੇ ਹੋਏ ਸਨ ਤਾਂ ਉਹਨਾਂ ਦੇ ਕੰਨਾਂ ਵਿੱਚੋਂ ਨਿਕਲੀ ਮੈਲ ਤੋਂ ਮਦ ਅਤੇ ਕੈਟਬ ਦੋ ਭਿਆਨਕ ਦੈਂਤ ਉਤਪੰਨ ਹੋਏ। ਉਸ ਸਮੇਂ ਬ੍ਰਹਮਾ ਵੀ ਵਿਸ਼ਨੂੰ ਜੀ ਦੀ ਨਾਭੀ ਵਿੱਚੋਂ ਉੱਗੇ ਕਮਲ ਦੀ ਨਾਲੀ ਤੋਂ ਜਨਮੇ ਹੀ ਸਨ ਕਿ ਇਹ ਦੋਵੇਂ ਦੈਂਤ ਉਸ ਨੂੰ ਖਾਣ ਨੂੰ ਲਪਕੇ। ਬ੍ਰਹਮਾ ਨੇ ਵਿਸ਼ਨੂੰ ਜੀ ਦੀ ਆਰਾਧਨਾ ਅਜਿਹੇ ਢੰਗ ਨਾਲ ਕੀਤੀ ਕਿ ਉਹਨਾਂ ਨੂੰ ਜਾਗ ਆ ਗਈ ਅਤੇ ਉਹ ਝੱਟ ਹੀ ਦੈਂਤਾਂ ਨਾਲ ਯੁੱਧ ਕਰਨ ਲੱਗ ਪਏ। ਅੰਤ ਦੋਹਾਂ ਦੈਂਤਾਂ ਨੂੰ ਮਾਰ ਦਿੱਤਾ। ਮਦ ਦੈਂਤ ਨੂੰ ਮਾਰਨ ਕਰਕੇ ਵਿਸ਼ਨੂੰ ਦਾ ਨਾਂ ਮਧੂਸੂਦਨ ਪਿਆ। ਹਰਵੰਸ਼ ਗ੍ਰੰਥ ਦਾ ਲੇਖ ਹੈ ਕਿ ਮਦ ਅਤੇ ਕੈਟਬ ਦੀ ਮਿੱਝ ਜਿਹੜੀ ਸਮੁੰਦਰ 'ਤੇ ਫੈਲ ਗਈ ਸੀ, ਉਸ ਤੋਂ ਪ੍ਰਿਥਵੀ ਬਣੀ ਅਤੇ ਇਸੇ ਕਾਰਨ ਧਰਤੀ ਦਾ ਨਾਮ ਮੇਦਨੀ ਵੀ ਹੈ। ਟੀਵੀ 'ਤੇ ਭਾਰਤ ਵਾਸੀਆਂ ਨੂੰ ਵਿਖਾਈ ਗਈ ਰਮਾਇਣ ਗਾਥਾ ਦੀ ਵੀਡੀਓ ਤਸਵੀਰ ਵਿੱਚ ਮਦ ਕੈਟਬ ਵਾਲੀ ਕਹਾਣੀ ਬਿਲਕੁਲ ਹੀ ਹੋਰ ਰੰਗ ਵਿੱਚ ਫਿਲਮਾਈ ਹੋਈ ਹੈ। ਭਵੀਖਣ ਸ੍ਰੀ ਰਾਮ ਜੀ ਤੇ ਲਛਮਣ ਨੂੰ ਜੰਗ ਦੇ ਮੈਦਾਨ ਵਿੱਚ ਲੜਾਈ ਲਈ ਲਲਕਾਰ ਰਹੇ ਰਾਵਣ ਦੇ ਦੋ ਮਹਾਬਲੀ ਪੁੱਤਰਾਂ ਅਤੀਕਾਏ ਅਤੇ ਕੁੰਭਕਰਨ ਬਾਰੇ ਦੱਸਦਾ ਹੈ ਕਿ ਉਹ ਦੋਵੇਂ ਹੀ ਪਿਛਲੇ ਜਨਮ ਵਿੱਚ ਕੈਟਬ ਅਤੇ ਮਦ ਦੈਂਤ ਸਨ। ਭਵੀਖਣ ਰਾਮ ਜੀ ਨੂੰ ਦੱਸਦਾ ਹੈ ਕਿ ਵਿਸ਼ਨੂੰ ਤਾਂ ਆਰਾਮ ਨਾਲ ਖੀਰ ਸਮੁੰਦਰ ਵਿੱਚ ਸੁੱਤਾ ਹੋਇਆ ਸੀ ਕਿ ਕੈਟਬ ਅਤੇ ਮਦ ਨੇ ਉਸ ਨੂੰ ਲੜਾਈ ਲਈ ਜਾ ਲਲਕਾਰਿਆ। ਵਿਸ਼ਨੂੰ ਨੇ ਆਪਣਾ ਸੁਦਰਸ਼ਨ ਚੱਕਰ ਮਾਰਿਆ ਪਰ ਉਹਨਾਂ ਦਾ ਕੁਝ ਨਾ ਵਿਗੜਿਆ। ਫਿਰ ਦੋਹਾਂ ਦੈਂਤਾਂ ਨੇ ਉਲਟਾ ਵਿਸ਼ਨੂੰ ਨੂੰ ਹੀ ਵਰ ਮੰਗਣ ਲਈ ਕਹਿ ਦਿੱਤਾ ਤਾਂ ਵਿਸ਼ਨੂੰ ਨੇ ਉਹਨਾਂ ਤੋਂ ਹੀ ਮੌਤ ਦਾ ਢੰਗ ਪੁੱਛ ਲਿਆ। ਉਹਨਾਂ ਤੋਂ ਪੁੱਛਿਆ ਹੋਇਆ ਢੰਗ ਵਰਤ ਕੇ ਜਦ ਦੈਂਤਾਂ ਨੂੰ ਵਿਸ਼ਨੂੰ ਨੇ ਮਾਰਿਆ ਤਾਂ ਮਦ ਦੀ ਮਿੱਝ ਤੋਂ ਹੀ ਧਰਤੀ ਦਾ ਨਾਮ ਮੇਦਨੀ ਪਿਆ ਸੀ। ਇਸ ਦ੍ਰਿਸ਼ ਨੂੰ ਸਾਰੇ ਭਾਰਤ ਨੇ ਵੇਖਿਆ ਅਤੇ ਬਾਹਰ ਦੇ ਦੇਸ਼ਾਂ ਵਿੱਚ ਵੀ ਉਸ ਗਾਥਾ ਦੀਆਂ ਵੀਡੀਓ ਰੀਲਾਂ ਵਿਕ ਰਹੀਆਂ ਹਨ। ਅਜਿਹੇ ਵਿਸ਼ਾਲ ਢੰਗ ਨਾਲ ਪ੍ਰਚਾਰੀ ਜਾਣ ਵਾਲੀ ਗਾਥਾ ਵਿੱਚ ਬ੍ਰਹਮਾ ਜੀ ਦਾ ਕੋਈ ਜ਼ਿਕਰ ਨਹੀਂ ਹੈ, ਨਾ ਹੀ ਦੈਂਤਾਂ ਦੀ ਪੈਦਾਇਸ਼ ਕਿਸੇ ਭਗਵਾਨ ਦੇ ਕੰਨ ਦੀ ਮੈਲ ਤੋਂ ਹੋਣ ਦਾ ਹੀ ਕੋਈ ਕਥਨ ਹੈ। ਮਹਾਨ ਕੋਸ਼ ਦੇ 947 ਸਫ਼ੇ 'ਤੇ ਰਮਾਇਣ ਦੇ ਹੀ ਹਵਾਲੇ ਨਾਲ ਲਿਖਿਆ ਹੈ ਕਿ ਮਦ ਅਤੇ ਕੈਟਬ ਵਿਸ਼ਨੂੰ ਦੇ ਕੰਨਾਂ ਦੀ ਮੈਲ ਤੋਂ ਨਹੀਂ
ਸਗੋਂ ਬ੍ਰਹਮਾ ਦੇ ਕੰਨਾਂ ਦੀ ਮੈਲ ਤੋਂ ਬਣੇ ਸਨ। ਮਹਾਨ ਕੋਸ਼ ਦੇ ਲੇਖ ਅਨੁਸਾਰ ਦਸਮ ਗ੍ਰੰਥ ਵਿੱਚ ਵੀ ਇਸੇ ਲੇਖ ਦਾ ਹੀ ਅਨੁਵਾਦ ਹੈ। ਏਕ ਸ਼ਰਵਣ ਤੇ ਮੈਲ ਨਿਕਾਰਾ, ਤਾਂ ਤੇ ਮਧ ਕੈਟਬ ਤਨ ਤਾਰਾ। ਬਚਿੱਤਰ ਨਾਟਕ। ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਹਨ ਸਿੰਘ ਨਾਭਾ ਨੇ ਸ਼ਾਇਦ ਇਹ ਤੁਕ ਬ੍ਰਹਮਾ ਅਵਤਾਰ ਵਿੱਚੋਂ ਲਿਖੀ ਹੈ, ਪਰ ਦਸਮ ਗ੍ਰੰਥ ਦੇ ਹੀ ਵਿਸ਼ਨ ਅਵਤਾਰ ਵਿੱਚ ਇਉਂ ਲਿਖਿਆ ਹੈ। ਸਰਵਣ ਮੈਲ ਤੇ ਅਸੁਰ ਪ੍ਰਕਾਸ਼ਤ, ਚੰਦ ਸੂਰ ਜਨ ਦੁਤੀ ਪ੍ਰਭਾਸ਼ਤ। ਮਾਇਆ ਤੈਤ ਵਿਸ਼ਨ ਕਉ ਤਬਹੀ, ਕਰਤ ਉਪਾਦ ਅਸੁਰ ਮਿਲ ਜਬਹੀ। 300 ਕਰਤ ਵਿਸ਼ਨ ਘਮਸਾਨਾ, ਬਰਖ ਹਜ਼ਾਰ ਪੰਚ ਪਰਮਾਨਾ। ਕਾਲ ਪੁਰਖ ਤਬ ਹੋਤ ਸਹਾਈ, ਦੂਨ ਹਨਤ ਕ੍ਰੋਧ ਉਪਜਾਈ। ਨੋਟ: ਜੇ ਕਲਗੀਧਰ ਜੀ ਨੇ ਦਸਮ ਗ੍ਰੰਥ ਲਿਖਿਆ ਹੁੰਦਾ ਤਾਂ ਇੱਕ ਥਾਂ ਬ੍ਰਹਮਾ ਦੇ ਕੰਨਾਂ ਦੀ ਮੈਲ ਦੀ ਉਪਜ ਦੱਸ ਕੇ ਫਿਰ ਦੂਜੀ ਥਾਂ ਦੈਂਤਾਂ ਦੀ ਉਪਜ ਦਾ ਕਾਰਨ ਵਿਸ਼ਨੂੰ ਦੇ ਕੰਨਾਂ ਦੀ ਮੈਲ ਕਦੇ ਨਾ ਲਿਖਦੇ। ਅਜਿਹੀਆਂ ਅਭੁੱਲ ਗੁਰੂ ਕਦੇ ਨਹੀਂ ਕਰਦਾ। ਇਹ ਸਾਰੀ ਮਿਥਿਆਕਾਰ ਬ੍ਰਾਹਮਣ ਦੀ ਕਲਮ ਦੀ ਹੀ ਉਪਜ ਹੈ ਅਤੇ ਫਿਰ ਨੀਂਦ ਨੂੰ ਦੇਵੀ ਕਰਕੇ ਗੁਰਦੇਵ ਜੀ ਕਿਵੇਂ ਲਿਖ ਸਕਦੇ ਸਨ। ਦਸਮ ਗ੍ਰੰਥ ਵਿਚਲਾ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਦੀ ਕਲਮ ਨਾਲ ਜੋੜਨ ਵਾਲੇ ਸਿੱਖੀ ਦੇ ਵੈਰੀ ਹਨ। ਵਿਸ਼ਨੂੰ ਭਗਵਾਨ ਨੇ ਪਹਿਲਾਂ ਆਪਣੇ ਕੰਨਾਂ ਦੀ ਮੈਲ ਤੋਂ ਆਪ ਹੀ ਦੈਂਤ ਪੈਦਾ ਕਰ ਲਏ, ਫਿਰ 5000 ਸਾਲ ਤੱਕ ਲੜਦਾ ਰਿਹਾ। ਆਖਰ ਕਾਲ ਪੁਰਖ ਭਾਵ ਸ਼ਿਵ ਜੀ ਦੀ ਕਿਰਪਾ ਨਾਲ ਉਹਨਾਂ ਦੈਂਤਾਂ ਨੂੰ ਮਾਰ ਸਕਿਆ। ਕਾਲ ਪੁਰਖ ਭਾਵ ਮੌਤ ਦਾ ਦੇਵਤਾ, ਜਿਸ ਦੀ ਪਹੁੰਚ ਸਭ ਥਾਂ ਹੈ, ਭਾਵ ਸ਼ਿਵ। ਪੁਰਾਣਾ ਅਥਵਾ ਦੇਵ ਬਾਣੀ ਵਿੱਚ ਵਿਸ਼ਨੂੰ ਨੂੰ ਥਾਂ ਥਾਂ ਸ਼ਿਵ ਜੀ ਦਾ ਉਪਾਸ਼ਕ ਦਰਸਾਇਆ ਹੈ। ਸਮੁੰਦਰ 'ਤੇ ਪੁਲ ਬੰਨ੍ਹਣ ਸਮੇਂ ਸ੍ਰੀ ਰਾਮ ਵਿਸ਼ਨੂੰ ਸ਼ਿਵ ਜੀ ਦੀ ਆਰਾਧਨਾ ਕਰਦਾ ਹੈ ਅਤੇ ਸ਼ਿਵਲਿੰਗ ਦੀ ਸਥਾਪਨਾ ਆਪਣੇ ਹੱਥੀਂ ਕਰਦਾ ਹੈ। ਪੁਲ ਤਿਆਰ ਹੋ ਜਾਣ 'ਤੇ ਸ਼ਿਵ ਜੀ ਦਾ ਧੰਨਵਾਦ ਕਰਦਾ ਹੈ। ਗੁਰਬਾਣੀ ਵਿੱਚ ਕਾਲ ਮੌਤ ਨੂੰ ਫਰਮਾਨ ਕੀਤਾ। ਕਾਲ ਹੈ ਫਾਂਸ ਸਖਤ ਸਰ ਸਾਂਧਿਆ। ਆਸਾ ਮਹੱਲਾ ਪੰਜਵਾਂ, ਪੰਨਾ 390। ਗੁਰਬਾਣੀ ਵਿੱਚ ਪਰਮਾਤਮਾ ਅਥਵਾ ਸੱਤ ਨੂੰ ਅਕਾਲ ਮੂਰਤ ਜਾਂ ਅਕਾਲ ਪੁਰਖ ਲਿਖਿਆ ਹੈ, ਭਾਵ ਸਮੇਂ ਦੀ ਪਕੜ ਤੋਂ ਪਰੇ ਦੀ ਹਸਤੀ ਜੋ ਸਰਬ ਵਿਆਪੀ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਕਿਸੇ ਥਾਂ ਲਿਖਿਆ ਨਹੀਂ ਮਿਲਦਾ। ਬਚਿੱਤਰ ਨਾਟਕ। ਹਿੰਦੂ ਗ੍ਰੰਥਾਂ ਨਾਲੋਂ ਵੀ ਬਹੁਤੀ ਆਪ ਵਿਰੋਧੀ ਲਿਖਤ ਜਦੋਂ ਕਿਸੇ ਸੱਜਣ ਨੇ ਪੜ੍ਹ ਕੇ ਸੁਣਾਈ ਤਾਂ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ। ਵਿਪਰਨ ਕੀ ਰੀਤ ਤੋਂ ਹਜ਼ਾਰਾਂ ਕੋ ਦੂਰ ਰਹਿਣ ਦਾ ਉਪਦੇਸ਼ ਕਰਨ ਵਾਲੇ ਸ੍ਰੀ ਕਲਗੀਧਰ ਜੀ ਕੁਦਰਤ ਦੇ ਨਿਯਮਾਂ ਦੀ ਖੰਡਨਾ ਵਾਲਾ ਸਵੈ ਵਿਰੋਧੀ ਅਸਤ ਕੀ ਕਦੇ ਲਿਖ ਸਕਦੇ ਸਨ? ਇਸ ਦਾ ਫੈਸਲਾ ਕਰਨ ਲਈ ਬਚਿੱਤਰ ਨਾਟਕ ਦਾ ਸੰਬੰਧਿਤ ਹਿੱਸਾ ਅਰਥਾਂ ਸਮੇਤ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਹੈ। ਮੇਦਨੀ ਅਥਵਾ ਧਰਤੀ ਦੀ ਸਿਰਜਣਾ ਦੇ ਸੰਬੰਧ ਵਿੱਚ ਦਸਮ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਲਿਖਤਾਂ। ਕਾਲ ਕੇਤ ਦੂਸਰ ਭੂ ਭਇਓ, ਕਰੂਰ ਬਰਸ ਤੀਸਰ ਜਗ ਠਇਓ। ਕਾਲ ਤੁਜ ਚਤੁਰਥ ਨਿਰਪਸੋਏ, ਜਿਹ ਤੇ ਭਇਓ ਜਗਤ ਸਭ ਕੋ ਹੈ। ਅਰਥ, ਉਸ ਤੋਂ ਦੂਜਾ ਭੂ ਰਾਜਾ ਕਾਲਕੇਤ ਹੋਇਆ। ਜਗਤ ਵਿੱਚ ਤੀਜਾ ਰਾਜਾ ਕਰੂਰ ਬਰਸ ਬਣਿਆ। ਕਾਲ ਤੁਜ ਚੌਥਾ ਰਾਜਾ ਸੋਭਦਾ ਸੀ, ਜਿਸ ਤੋਂ ਜਗਤ ਦਾ ਬਹੁਤ ਕੁਝ ਬਣਿਆ ਹੈ। ਪੰਡਿਤ ਨਰੈਣ ਸਿੰਘ ਜੀ ਦੇ ਕੀਤੇ ਇਹਨਾਂ ਅਰਥਾਂ ਨੂੰ ਭਾਈ ਰਣਧੀਰ ਸਿੰਘ ਜੀ ਨੇ ਹੋਰ ਸਪਸ਼ਟ ਇਸ ਤਰ੍ਹਾਂ ਕੀਤਾ ਹੈ। ਕਾਲ ਤੁਜ ਪੁਰਖ ਤੇ ਪ੍ਰਕਿਰਤੀ ਸ਼ਿਵ ਸ਼ਕਤੀ ਦਾ ਸਾਂਝਾ ਸਰੂਪ ਵਿਰਾਟ ਰੂਪ, ਜਿਸ ਨੂੰ ਕਾਲ ਪੁਰਖ, ਮਹਾਵਿਸ਼ਨੂੰ ਤੇ ਹਿਰਣੈ ਗਰਭ ਵੀ ਕਹਿੰਦੇ ਹਨ। ਸਹਿਸ ਰਾਸ ਜਾ ਕੇ ਸੁਭ ਸੋਹੈ, ਸਹਿਸ ਪਾਦ ਜਾ ਕੇ ਤਨ ਮੋਹੈ। ਸ਼ੇਖ ਨਾਗ ਪਰ ਸੋਇਬੋ ਕਰੈ, ਜਗ ਤਹਿ ਸ਼ੇਖ ਸਾਏ ਉਚਰੈ। ਅਰਥ, ਜਿਸ ਦੇ ਸਰੀਰ ਉੱਤੇ ਹਜ਼ਾਰਾਂ ਅੱਖਾਂ ਸੋਹਣੀਆਂ ਸੋਭਦੀਆਂ ਹਨ, ਜਿਸ ਦੇ ਸਰੀਰ ਵਿੱਚ ਹਜ਼ਾਰਾਂ ਪੈਰ ਹਨ, ਜੋ ਸ਼ੇਸ਼ ਨਾਗ ਉੱਤੇ ਸੌਣਾ ਕਰਦਾ ਹੈ, ਉਸ ਨੂੰ ਸਾਰਾ ਜਗਤ ਸ਼ੇਖ ਸਾਈ ਕਹਿੰਦੇ ਹਨ। ਭਾਈ ਰਣਧੀਰ ਸਿੰਘ ਜੀ ਇਸ ਦੇ ਅਰਥ ਇੰਜ ਕਰਦੇ ਹਨ। ਆਰਾਸ਼ ਹਜ਼ਾਰਾਂ ਅੱਖਾਂ, ਪਾਦ ਹਜ਼ਾਰਾਂ ਪੈਰ ਚਰਨ, ਤਨ ਸਰੀਰ ਵਿੱਚ ਜਿਸਮ ਸੰਗ। ਸੋਇਬੋ ਸੌਣਾ ਕਰਦਾ ਹੈ, ਸੌਂਦਾ ਵਿਰਾਜਦਾ ਹੈ। ਜਗ ਦੁਨੀਆ ਦੇ ਲੋਕ। ਸ਼ੇਖ ਸ਼ੇਖ ਨਾਗ ਦਾ ਸਾਈਂ ਮਾਲਕ, ਸ਼ੇਸ਼ ਨਾਗ ਉੱਤੇ ਸੌਣ ਵਾਲਾ।
ਹੁਣ ਇਹ 13ਵੀਂ ਚੌਪਈ ਕੀ ਕਹਿ ਰਹੀ ਹੈ? ਏਕ ਸਰਵਣ ਤੇ ਮੈਲ ਨਿਕਾਰਾ, ਤਾਂ ਤੇ ਮਦ ਕੀਟਬ ਤਨ ਧਾਰਾ। ਦੁਤੀਆ ਕਾਨ ਤੇ ਮਹਿਲ ਨਿਕਾਰੀ, ਤਾਂ ਤੇ ਭਈ ਸ੍ਰਿਸ਼ਟ ਇਹ ਸਾਰੀ। ਅਰਥ, ਉਸ ਸੇਖ ਸ਼ਾਹੀ ਨੇ ਇੱਕ ਕੰਨ ਤੋਂ ਮੈਲ ਕੱਢੀ, ਉਸ ਮੈਲ ਤੋਂ ਮਦ ਤੇ ਕੈਟਬ ਦੈਂਤਾਂ ਦਾ ਜਨਮ ਹੋਇਆ। ਦੂਜੇ ਕੰਨ ਵਿੱਚੋਂ ਮੈਲ ਕੱਢੀ, ਉਸ ਤੋਂ ਇਹ ਸਾਰੀ ਸ੍ਰਿਸ਼ਟੀ ਹੋਈ। ਤਿਨ ਕੋ ਕਾਲ ਬਹੁਰ ਬਧ ਕਰਾ, ਤਿਨ ਕੋ ਮੇਦ ਸਮੁੰਦਰ ਮੋਹ ਪਰਾ। ਚਿਕਨ ਤਾਸ ਜਲ ਪਰ ਤਿਰ ਰਹੀ, ਮੇਦਾ ਨਾਮ ਤਬੇ ਕੋ ਕਹੀ। ਅਰਥ, ਫਿਰ ਕਾਲ ਨੇ ਉਸ ਦਾ ਨਾਸ ਕੀਤਾ, ਉਹਨਾਂ ਦੀ ਮੇਦ ਚਰਬੀ ਸਮੁੰਦਰ ਵਿੱਚ ਪੈ ਗਈ। ਉਹ ਚਿਕਨਤਾ ਥੰਧਿਆਈ ਸਮੁੰਦਰ ਉੱਪਰ ਤਰਦੀ ਰਹੀ। ਤਾਤੋਂ ਹੀ ਧਰਤੀ ਦਾ ਨਾਮ ਮੇਦਾ ਕਹੀਦਾ ਹੈ। ਅਰਥਾਤ ਉਹਨਾਂ ਦੀ ਚਰਬੀ ਜੋ ਪਾਣੀ ਉੱਪਰ ਤਰਦੀ ਰਹੀ, ਉਹੀ ਧਰਤੀ ਬਣ ਗਈ। ਭਾਵ ਬਚਿੱਤਰ ਨਾਟਕ ਦੀ ਲਿਖਤ ਨੇ ਬ੍ਰਾਹਮਣੀ ਗ੍ਰੰਥਾਂ ਵਾਲੀ ਕਹਾਣੀ ਨੂੰ ਨਵਾਂ ਅਤੇ ਸਵੈ ਵਿਰੋਧੀ ਮੋੜ ਦੇ ਦਿੱਤਾ ਹੈ। ਪਹਿਲਾਂ 10ਵੀਂ ਅਤੇ 11ਵੀਂ ਚੌਪਈ ਵਿੱਚ ਤਾਂ ਇਹ ਫਰਮਾਇਆ ਹੈ ਕਿ ਪਹਿਲਾਂ ਓਅੰਕਾਰ ਭਾਵ ਬ੍ਰਹਮਾ ਵਿਸ਼ਨ ਮਹੇਸ਼ ਬਣੇ ਤੇ ਉਹਨਾਂ ਤੋਂ ਸ੍ਰਿਸ਼ਟੀ ਸਿਰਜਣਾ ਦਾ ਪਸਾਰਾ ਖਿਲਰਿਆ ਸੀ, ਅਤੇ ਫਿਰ ਕਈ ਰਾਜਿਆਂ ਦਾ ਜਨਮ ਹੋਣਾ ਕਹਿ ਕੇ ਨਾਲ ਹੀ 12ਵੀਂ ਚੌਪਈ ਵਿੱਚ ਹਜ਼ਾਰਾਂ ਅੱਖਾਂ ਅਤੇ ਹਜ਼ਾਰਾਂ ਪੈਰਾਂ ਵਾਲਾ ਮੂੰਹ ਕੰਨਾਂ ਅਥਵਾ ਜ਼ੁਬਾਨਾਂ ਆਦਿ ਬਾਰੇ ਪਤਾ ਨਹੀਂ ਕਿਸ ਕਾਰਨ ਨਹੀਂ ਲਿਖਿਆ। ਜੇ ਸਤਿਗੁਰੂ ਜੀ ਲਿਖਦੇ ਤਾਂ ਅਜਿਹੀਆਂ ਭੁੱਲਾਂ ਕਦੇ ਨਾ ਕਰਦੇ, ਅਤੇ ਸਵੈ ਵਿਰੋਧੀ ਗੱਲਾਂ ਲਿਖਣੀਆਂ ਵੀ ਦਸ਼ਮੇਸ਼ ਜੀ ਦੀ ਕਲਮ ਦਾ ਕੰਮ ਨਹੀਂ ਹੈ। ਬ੍ਰਾਹਮਣੀ ਗ੍ਰੰਥਾਂ ਵਾਲੀ ਕਹਾਣੀ ਤੋਂ 2 ਕਦਮ ਹੋਰ ਅੱਗੇ ਜਾਂਦੇ ਹੋਏ ਹੁਣ ਇਹ ਕਹਿ ਦਿੱਤਾ ਹੈ ਕਿ ਸ਼ੇਸ਼ ਨਾਗ ਦੇ ਇੱਕ ਕੰਨ ਦੀ ਮੈਲ ਤੋਂ ਮਦ ਕੈਟਬ ਦੈਂਤ ਬਣ ਗਏ, ਅਤੇ ਦੂਜੇ ਦੀ ਮੈਲ ਤੋਂ ਸਾਰੀ ਸ੍ਰਿਸ਼ਟੀ ਬਣ ਗਈ। ਫਿਰ ਦੈਂਤਾਂ ਦਾ ਮਿਹਦਾ ਡਿੱਗ ਕੇ ਪਾਣੀ 'ਤੇ ਤੈਰਦਾ ਰਿਹਾ, ਉਸ ਤੋਂ ਫਿਰ ਧਰਤੀ ਦਾ ਨਾਮ ਮੇਦਨੀ ਪੈ ਗਿਆ। ਅਤੇ ਫਿਰ ਕਥਿਤ ਤੌਰ 'ਤੇ ਦਸ਼ਮੇਸ਼ ਜੀ ਨੇ 10ਮ ਗ੍ਰੰਥ ਦੇ ਹੀ ਵਿਸ਼ਨ ਅਵਤਾਰ ਵਿੱਚ ਇਉਂ ਲਿਖਿਆ ਹੋਇਆ ਹੈ: ਸਰਵਣ ਮੈਲ ਤੇ ਅਸੁਰ ਪ੍ਰਕਾਸ਼ਿਤ, ਚੰਦ ਸੂਰ ਜਨ ਦੁਤੀਏ ਪ੍ਰਭਾਸਿਤ। ਮਾਇਆ ਤਜਤ ਵਿਸ਼ਨ ਕਹੋ ਤਬ ਹੀ, ਕਰਤ ਉਪਾਦ ਅਸੁਰ ਮਿਲ ਜਬ ਹੀ। 300 ਕਰਤ ਵਿਸ਼ਨ ਘਮਸਾਨਾ, ਬਰਖ ਹਜ਼ਾਰ ਪੰਚ ਪਰਮਾਨਾ। ਕਾਲ ਪੁਰਖ ਤਬ ਹੋਤ ਸਹਾਈ, ਦੂਹਨ ਹਨਤ ਕ੍ਰੋਧ ਉਪਜਾਈ। ਉਪਰੋਕਤ 10ਵੀਂ ਚੌਪਈ ਵਾਲਾ ਸਭ ਤੋਂ ਪਹਿਲਾਂ ਪੈਦਾ ਹੋਇਆ ਬੜਾ ਸੁੰਦਰ ਅਤੇ ਬਲਵਾਨ ਰਾਜਾ ਕਾਲ ਸੈਨ ਕਿੱਧਰ ਗਿਆ, ਅਤੇ ਫਿਰ ਸ਼ੇਖ ਸਾਈਂ ਦੇ ਕੰਨ ਦੀ ਮੈਲ ਤੋਂ ਬਣੀ ਸ੍ਰਿਸ਼ਟੀ ਅਤੇ ਕੈਡਬ ਤੇ ਮਦ ਤੋਂ ਬਣੀ ਮੇਦਨੀ ਦਾ ਕੀ ਹੋਇਆ? ਰੱਬ ਜੀ ਤਾਂ ਕਹਿ ਰਹੇ ਹਨ ਕਿ ਅਸਾਂ ਪਹਿਲਾਂ ਦੈਂਤ ਬਣਾਏ ਸਨ, ਪਰ ਅੱਗੇ ਜਾ ਕੇ ਫਿਰ ਇਹ ਲਿਖ ਦਿੱਤਾ ਹੈ ਕਿ ਦੋਹਾਂ ਦੈਂਤਾਂ ਨੂੰ ਵਿਸ਼ਨੂੰ ਨੇ ਹੀ ਆਪਣੇ ਕੰਨਾਂ ਦੀ ਮੈਲ ਤੋਂ ਬਣਾਇਆ ਸੀ। ਪਰ ਜਦੋਂ ਵਿਸ਼ਨੂੰ ਦੀ ਮਾਇਆ ਤੋਂ ਬਾਗੀ ਹੋ ਕੇ ਉਹਨਾਂ ਦੈਂਤਾਂ ਨੇ ਖਰੂਦ ਮਚਾਇਆ, ਤਾਂ ਵਿਸ਼ਨੂੰ ਭਗਵਾਨ ਜੀ ਉਹਨਾਂ ਨਾਲ 5000 ਸਾਲ ਤੱਕ ਘਮਸਾਨ ਦਾ ਯੁੱਧ ਕਰਦੇ ਰਹੇ। ਫਿਰ ਜਦੋਂ ਕਾਲ ਪੁਰਖ ਜੀ ਕਾਲ ਅਤੇ ਅਕਾਲ ਦੇ ਫਰਕ ਨੂੰ ਪਾਠਕ ਧਿਆਨ ਵਿੱਚ ਰੱਖਣ, ਗੁਰਬਾਣੀ ਵਿੱਚ ਵਾਹਿਗੁਰੂ ਅਕਾਲ ਪੁਰਖ ਕਿਸੇ ਥਾਂ ਨਹੀਂ ਕਿਹਾ ਗਿਆ, ਪਰਮਾਤਮਾ ਨੂੰ ਸਦਾ ਅਕਾਲ ਪੁਰਖ ਹੀ ਲਿਖਿਆ ਹੈ, ਤੇ ਵਿਸ਼ਨੂੰ ਦੀ ਸਹਾਇਤਾ ਕੀਤੀ ਤਾਂ ਦੋਵੇਂ ਦੈਂਤ ਮਾਰ ਦਿੱਤੇ। ਬਚਿੱਤਰ ਨਾਟਕ ਵਿਚਲੇ ਅਸਤ ਦੇ ਆਧਾਰ 'ਤੇ ਸਿੱਖਾਂ ਨੇ ਹੇਮਕੁੰਟ ਤੀਰਥ ਬਣਾ ਲਿਆ। ਹਿੰਦੂ ਤੀਰਥਾਂ ਵਾਂਗ ਝੂਠੀ ਗਾਥਾ ਦੇ ਆਧਾਰ 'ਤੇ ਹੀ ਤੀਰਥ ਬਣਾ ਲੈਣ ਨਾਲ ਸਿੱਖੀ ਵੀ ਬੇਦਾਗ ਨਹੀਂ ਰਹੀ। ਨੰਬਰ 10, ਨੈਮ ਸ਼ਾਰਣੇ ਤੀਰਥ। ਗਰੁੜ ਪੁਰਾਣ ਦੇ ਆਰੰਭ ਵਿੱਚ ਹੀ ਲਿਖਿਆ ਹੈ ਕਿ ਇਸ ਮਹਾਨ ਤੀਰਥ ਅਸਥਾਨ 'ਤੇ ਸ਼ੌਨਕ ਆਦਿ 88,000 ਰਿਸ਼ੀਆਂ ਨੇ ਸਵਰਗ ਦੀ ਪ੍ਰਾਪਤੀ ਵਾਸਤੇ 1000 ਵਰ੍ਹੇ ਵਿੱਚ ਸਥਾਪਿਤ ਹੋਣ ਵਾਲਾ ਯੱਗ ਕੀਤਾ ਸੀ। ਉਸ ਸਮੇਂ ਰਿਖੀਆਂ ਮੁਨੀਆਂ ਦੇ ਕਹਿਣ 'ਤੇ ਸੂਤ ਨਾਮੀ ਰਿਖੀ ਨੇ ਉਸ ਵਾਰਤਾਲਾਪ ਦਾ ਕਥਨ ਕੀਤਾ ਸੀ, ਜਿਹੜੀ ਗਰੁੜ ਅਤੇ ਵਿਸ਼ਨੂੰ ਭਗਵਾਨ ਵਿਚਕਾਰ ਹੋਈ ਸੀ। ਮ੍ਰਿਤਕ ਪ੍ਰਾਣੀਆਂ ਦੀ ਕਲਿਆਣ ਕਰਵਾ ਸਕਣ ਦੇ ਵਿਧੀ ਵਿਧਾਨ ਵਾਲਾ ਗਰੁੜ ਪੁਰਾਣ ਉਸ ਵਾਰਤਾਲਾਪ ਦਾ ਹੀ ਨਾਮ ਹੈ। ਇਹ ਵੀ ਲਿਖਿਆ ਹੈ ਕਿ ਇਸੇ ਥਾਂ 'ਤੇ ਹੀ ਸ੍ਰੀ ਰਾਮ ਚੰਦਰ ਜੀ ਨੇ ਅਸ਼ਮੇਧ ਯੱਗ ਕੀਤਾ ਸੀ। ਵੈਰਾ ਪੁਰਾਣ ਅਨੁਸਾਰ ਇੱਥੇ ਗੌਰਮੁਖ ਨਾਮਕ ਰਿਖੀ ਨੇ ਦੈਂਤਾਂ ਦੀ ਭਾਰੀ ਸੈਨਾ ਇੱਕ ਨਿਮਖ ਵਿੱਚ ਭਸਮ ਕਰ ਦਿੱਤੀ ਸੀ।
ਇਸ ਕਾਰਨ ਹੀ ਇਸ ਦਾ ਨਾਮ ਨੈਮਿਸ਼ਾਰਣ ਹੋਇਆ ਸੀ। ਮਹਾਨ ਕੋਸ਼ ਪੰਨਾ 721। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਤੀਰਥ ਵੀ ਯੂਪੀ ਦੇ ਹੀ ਜ਼ਿਲ੍ਹੇ ਸੀਤਾਪੁਰ ਵਿੱਚ ਹੈ। ਪੁਰਾਣੇ ਸਮਿਆਂ ਵਿੱਚ ਇੱਥੇ ਬੜਾ ਭਾਰੀ ਜੰਗਲ ਸੀ। ਨੰਬਰ 11 ਬਦਰਕਾਸ਼ਰਮ ਅਥਵਾ ਬਦਰੀਨਾਥ। ਗੜਵਾਲ ਦੇ ਇਲਾਕੇ ਦੀ ਇੱਕ ਨਦੀ ਜਿਸ ਦਾ ਨਾਮ ਅਲਕਨੰਦਾ ਹੈ। ਇਹ ਨਦੀ ਦੇਵ ਪ੍ਰਯਾਗ ਪਾਸ ਲਛਮਣ ਝੂਲੇ ਤੋਂ 40 ਮੀਲ ਉੱਪਰ ਭਾਗੀਰਥੀ ਗੰਗਾ ਦੀ ਧਾਰਾ ਵਿੱਚ ਮਿਲ ਜਾਂਦੀ ਹੈ। ਵੈਸ਼ਨਵਾਂ ਦਾ ਖਿਆਲ ਹੈ ਕਿ ਜੋ ਸੁਰਗਾਂ ਤੋਂ ਗੰਗਾ ਆ ਕੇ ਸ਼ਿਵ ਜੀ ਦੀਆਂ ਜਟਾਂ ਵਿੱਚ ਡਿੱਗੀ ਸੀ, ਇਹ ਉਹੀ ਨਦੀ ਹੈ। ਇਸ ਅਲਕਨੰਦਾ ਨਦੀ ਦੇ ਪੱਛਮੀ ਕਿਨਾਰੇ ਗੜਵਾਲ ਦੇ ਇਲਾਕੇ 'ਤੇ ਵੈਸ਼ਨਵ ਮੰਦਰ ਹੈ, ਜਿਹੜਾ ਹਿਮਾਲਿਆ ਪਹਾੜ ਦੀ ਧਾਰਾ ਵਿੱਚ 10,400 ਫੁੱਟ ਦੀ ਉਚਾਈ 'ਤੇ ਬਣਿਆ ਹੋਇਆ ਹੈ। ਇਹ ਨਰ ਨਾਰਾਇਣ ਭਗਵਾਨ ਦੇ ਤਪ ਕਰਨ ਦਾ ਅਸਥਾਨ ਹੈ। ਇਸ ਤੀਰਥ ਦਾ ਨਾਮ ਬਦਰਕਾਸ਼ਰਮ ਹੈ, ਪਰ ਇਹ ਬਦਰੀਨਾਥ ਨਾਮ ਨਾਲ ਵੀ ਪ੍ਰਸਿੱਧ ਹੈ। ਪਦਮ ਪੁਰਾਣ ਵਿੱਚ ਸਭ ਤੀਰਥਾਂ ਤੋਂ ਇਸ ਦੀ ਉਚੇਚੀ ਵਿਸ਼ੇਸ਼ਤਾ ਦੱਸੀ ਹੈ। ਇਸ ਦਾ ਕਾਰਨ ਇਹ ਲਿਖਿਆ ਹੈ ਕਿ ਭ੍ਰਿੰਗੂ ਤੰਗ ਨਾਮਕ ਪਹਾੜ ਦੀ ਚੋਟੀ 'ਤੇ ਇੱਕ ਬਦਰੀ ਬੇਰੀ ਦਾ ਬ੍ਰਿਸ਼ ਸੀ, ਜਿਸ ਤੋਂ ਇਸ ਦਾ ਨਾਮ ਬਦਰਕਾਸ਼ਰਮ ਹੋਇਆ। ਇਸ ਦਾ ਪ੍ਰਬੰਧ ਰਿਆਸਤ ਟਿਹਰੀ ਦੇ ਹੱਥ ਹੈ। ਮੰਦਰ ਦੇ ਪੁਜਾਰੀ ਨੂੰ ਰਾਵਲ ਕਿਹਾ ਜਾਂਦਾ ਹੈ। ਇਸ ਤੀਰਥ ਦਾ ਦਰਸ਼ਨ ਮਾਤਰ ਹੀ ਕਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ, ਪਰ ਦਰਸ਼ਨ ਕਰਨ ਸਮੇਂ ਪੁਜਾਰੀ ਰਾਵਲ ਦੀ ਖੁਸ਼ੀ ਹਾਸਲ ਕਰਨੀ ਜ਼ਰੂਰੀ ਹੈ। ਨੰਬਰ 12 ਨਾਸਿਕ ਤੀਰਥ। ਦੱਖਣ ਦੇ ਇੱਕ ਦੇਸ਼ ਦਾ ਨਾਮ ਨਾਸਿਕ ਹੈ। ਉਸ ਦੇਸ਼ ਦੇ ਬੰਬਈ ਸ਼ਹਿਰ ਦੇ ਹਾਤੇ ਦੇ ਜ਼ਿਲ੍ਹੇ ਦੇ ਪ੍ਰਧਾਨ ਨਗਰ ਦਾ ਨਾਮ ਵੀ ਨਾਸਿਕ ਹੈ। ਇਹ ਨਗਰ ਬੰਬਈ ਤੋਂ 107 ਮੀਲ ਹੈ। ਇਸ ਦੇ ਨੇੜਿਓਂ ਗੋਦਾਵਰੀ ਨਦੀ ਨਿਕਲਦੀ ਹੈ। ਨਾਸਿਕ ਵਿੱਚ ਸ਼ਿਵ ਜੀ ਦਾ ਪ੍ਰਸਿੱਧ ਮੰਦਰ ਹੈ, ਜਿੱਥੇ ਕੁੰਭ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਲਛਮਣ ਨੇ ਜਿਸ ਪੰਚਵਟੀ ਵਿੱਚ ਸਰੂਪ ਨਖਾਂ ਦਾ ਨੱਕ ਵੱਢਿਆ, ਬ੍ਰਾਹਮਣ ਵਿਦਵਾਨਾਂ ਨੇ ਲਿਖਿਆ ਹੈ, ਉਹ ਨਾਸਿਕ ਦੇ ਨਾਲ ਗੋਦਾਵਰੀ ਦੇ ਖੱਬੇ ਪਾਸੇ ਹੈ। ਲਿਖਿਆ ਹੈ ਕਿ ਇਸ ਤੀਰਥ ਦੀ ਯਾਤਰਾ ਕਰਨ ਨਾਲ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਅਤੇ ਬੇਅੰਤ ਪੁੰਨ ਕਰਮਾਂ ਦਾ ਫਲ ਮਿਲਦਾ ਹੈ। ਮਨ ਇੱਛੇ ਸਭ ਫਲ ਪ੍ਰਾਪਤ ਹੋ ਜਾਂਦੇ ਹਨ। ਜਿਵੇਂ ਭਿੰਡਰਾਂ ਵਾਲਿਆਂ ਦੀ ਦੱਸੀ ਵਿਧੀ ਨਾਲ ਕੀਤੇ ਸ੍ਰੀ ਅਖੰਡ ਪਾਠ ਤੋਂ ਬੇਅੰਤ ਫਲ ਮਿਲਦੇ ਹਨ ਅਤੇ ਸਾਰੇ ਕਾਰਜ ਹਰਾਸ ਹੁੰਦੇ ਹਨ। ਨੰਬਰ 13 ਪ੍ਰਯਾਗਰਾਜ ਤੀਰਥ। ਯੂਪੀ ਉੱਤਰ ਪ੍ਰਦੇਸ਼ ਵਿੱਚ ਗੰਗਾ ਜਮਨਾ ਦੇ ਸੰਗਮ ਦਾ ਇਹ ਇੱਕ ਪ੍ਰਸਿੱਧ ਤੀਰਥ ਹੈ। ਧਰਮ ਗ੍ਰੰਥਾਂ ਵਿੱਚ ਇਸ ਨੂੰ ਹੋਰ ਤੀਰਥਾਂ ਦਾ ਰਾਜਾ ਲਿਖਿਆ ਹੈ। ਬ੍ਰਾਹਮਣੀ ਲਿਖਤਾਂ ਦੇ ਆਧਾਰ 'ਤੇ ਇੱਥੇ ਸਰਸਵਤੀ ਨਦੀ ਦਾ ਗੁਪਤ ਸੰਗਮ ਮੰਨਿਆ ਜਾਂਦਾ ਹੈ। ਪੁਰਾਣਾ ਅਨੁਸਾਰ ਸੰਖਾਸੁਰ ਨਾਮੀ ਭਿਆਨਕ ਦੈਂਤ ਬ੍ਰਹਮਾ ਕੋਲੋਂ ਵੇਦ ਚੁਰਾ ਕੇ ਸਮੁੰਦਰ ਵਿੱਚ ਜਾ ਵੜਿਆ ਤਾਂ ਮੱਛ ਅਵਤਾਰ ਹੋ ਕੇ ਵਿਸ਼ਨੂੰ ਭਗਵਾਨ ਜੀ ਨੇ ਉਸ ਪਾਸੋਂ ਵੇਦਾਂ ਨੂੰ ਛੁਡਾ ਕੇ ਲਿਆਂਦਾ ਸੀ। ਉਹ ਚਾਰੇ ਵੇਦ ਪ੍ਰਯਾਗ ਤੀਰਥ 'ਤੇ ਹੀ ਬ੍ਰਹਮਾ ਜੀ ਨੂੰ ਦਿੱਤੇ ਸਨ। ਵੇਦਾਂ ਦੇ ਮੁੜ ਆਉਣ ਦੀ ਖੁਸ਼ੀ ਵਿੱਚ ਬ੍ਰਹਮਾ ਜੀ ਨੇ ਇਸੇ ਹੀ ਥਾਂ 'ਤੇ 10 ਅਸ਼ਵਮੇਧ ਯੱਗ ਕੀਤੇ ਸਨ, ਜਿਸ ਤੋਂ ਇਸ ਦਾ ਨਾਮ ਪ੍ਰਯਾਗਰਾਜ ਹੋਇਆ। ਤੀਰਥ ਦੇ ਨਾਮ ਤੋਂ ਹੀ ਸ਼ਹਿਰ ਦਾ ਨਾਮ ਵੀ ਪ੍ਰਯਾਗ ਪੈ ਗਿਆ। ਇਸਲਾਮੀ ਰਾਜ ਦੇ ਸਮੇਂ ਤੋਂ ਇਸ ਦਾ ਨਾਮ ਇਲਾਹਾਬਾਦ ਹੋ ਗਿਆ ਸੀ। ਦਾਨੀ ਭਗਤਾਂ ਦੇ ਸਰੀਰ ਨੂੰ ਅੱਧ ਵਿੱਚੋਂ ਚੀਰ ਕੇ 2 ਫਾੜ ਕਰ ਦੇਣ ਵਾਲਾ ਕਰਵਤ ਆਰਾ ਇੱਥੇ ਵੀ ਰੱਖਿਆ ਹੋਇਆ ਸੀ। ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ। ਸ੍ਰੀ ਰਾਗ ਮਹੱਲਾ ਪਹਿਲਾ ਪੰਨਾ 62। ਪਰ ਇਸ ਆਰੇ ਤੋਂ ਇਲਾਵਾ ਇੱਥੇ ਇੱਕ ਬੜਾ ਵੱਡਾ ਬੋਹੜ ਦਾ ਰੁੱਖ ਸੀ, ਜਿਸ ਦਾ ਨਾਮ ਬ੍ਰਾਹਮਣ ਨੇ ਅਕਸ਼ਯਵਟ ਥਾਪ ਦਿੱਤਾ ਹੋਇਆ ਸੀ। ਵਿਪਰ ਜੀ ਨੇ ਇਹ ਭਰਮ ਪਾ ਦਿੱਤਾ ਹੋਇਆ ਸੀ ਕਿ ਬਾਲਕ ਰੂਪ ਹੋ ਕੇ ਵਿਸ਼ਨੂੰ ਭਗਵਾਨ ਜੀ ਇਸ ਰੁੱਖ 'ਤੇ ਬੈਠ ਕੇ ਆਪਣੇ ਪੈਰ ਦਾ ਅੰਗੂਠਾ ਚੁੰਘਦੇ ਸਨ। ਇਸ ਲਈ ਜਿਹੜਾ ਵਿਸ਼ਨੂੰ ਭਗਤ ਇਸ ਭਿਆਨਕ ਰੁੱਖ ਤੋਂ ਡਿੱਗ ਕੇ ਪ੍ਰਾਣ ਤਿਆਗ ਦੇਵੇ, ਉਹ ਮੁਕਤ ਪਦ ਨੂੰ ਪ੍ਰਾਪਤ ਹੁੰਦਾ ਹੈ। ਲਿਖਿਆ ਹੈ ਕਿ ਹਜ਼ਾਰਾਂ ਮਨੁੱਖ ਇਸ ਤੋਂ ਡਿੱਗ ਕੇ ਪਰਲੋਕ ਸਿਧਾਰੇ ਸਨ। ਜਹਾਂਗੀਰ ਨੇ ਇਸ ਰੁੱਖ ਨੂੰ ਕਟਵਾ ਦਿੱਤਾ ਸੀ, ਪਰ ਬ੍ਰਾਹਮਣ ਨੇ ਕਿਲੇ ਦੇ ਅੰਦਰ ਇੱਕ ਬੋਹੜ ਦਾ ਰੁੱਖ ਹੋਰ ਲਾ ਲਿਆ, ਜਿਸ ਦੀ ਪੂਜਾ ਦਾ ਧਾਨ ਇਹ ਪਾਂਡੇ ਅੱਜ ਵੀ ਲੈਂਦੇ ਹਨ। ਹਿੰਦੂਆਂ ਦੇ ਲਗਭਗ ਸਾਰੇ ਗ੍ਰੰਥਾਂ ਵਿੱਚ ਇਸ ਤੀਰਥ ਦੀ ਮਹਿਮਾ ਲਿਖੀ ਹੈ।
ਤੁਲਸੀਦਾਸ ਨੇ ਰਾਮਚਰਿਤਮਾਨਸ ਗ੍ਰੰਥ ਦੇ ਅਯੁੱਧਿਆ ਕਾਂਡ ਵਿੱਚ ਸ੍ਰੀ ਰਾਮ ਜੀ ਦੇ ਬਨਵਾਸ ਨੂੰ ਜਾਂਦੇ ਸਮੇਂ ਦਾ ਹਾਲ ਲਿਖਦਿਆਂ ਇਸ ਤੀਰਥ ਨੂੰ ਦੂਜੇ ਸਾਰੇ ਤੀਰਥਾਂ ਦਾ ਰਾਜਾ ਲਿਖਿਆ। ਬੰਦੇ ਖਾਣੇ ਬੋਹੜ ਦੀ ਮਹਿਮਾ ਵੀ ਪ੍ਰਯਾਗ ਤੀਰਥ ਦੇ ਨਾਲ ਹੀ ਲਿਖੀ ਹੈ, ਜੋ ਇਸ ਪ੍ਰਕਾਰ ਹੈ। ਤਿਹ ਦਿਨ ਭਇਓ ਬਿਟਪ ਤਰ ਬਾਸੂ, ਲੱਛਣ ਸਖਾ ਸਭ ਕੀਨ ਸੁਪਾਸੂ, ਪ੍ਰਾਤ ਪ੍ਰਤਕ੍ਰਿਤ ਕਰ ਰਗਰਾਈ, ਤੀਰਥ ਰਾਜ ਦੀਖ ਪ੍ਰਭ ਜਾਈ। ਅਰਥ, ਉਸ ਦਿਨ ਬੋਹੜ ਦੇ ਬ੍ਰਿਛ ਹੇਠਾਂ ਨਿਵਾਸ ਕੀਤਾ। ਲਛਮਣ ਤੇ ਨਿਸ਼ਾਦ ਰਾਜਾ ਗੋਹ ਨੇ ਆਰਾਮ ਕੀਤਾ। ਸਵੇਰ ਹੋਈ ਉੱਠੇ। ਸਾਰੇ ਨਿਤ ਕਰਮ ਕਰਨ ਪਿੱਛੋਂ ਉਹਨਾਂ ਨੇ ਪ੍ਰਯਾਗ ਤੀਰਥ ਦੇ ਦਰਸ਼ਨ ਕੀਤੇ। ਸਵਿਚ ਸਤ ਸ਼ਰਧਾ ਪ੍ਰੇ ਨਾਰੀ, ਮਾਧਵ ਸਰਸ ਮੀਤ ਹਿਤਕਾਰੀ, ਚਾਰ ਪਦਾਰਥ ਭਰਾ ਭੰਡਾਰੂ, ਪੁਨੇ ਪਰਦੇਸ ਦੇਸ ਅਤ ਦਾਰੂ। ਅਰਥ, ਉਸ ਤੀਰਥ ਰਾਜ ਦਾ ਵਜ਼ੀਰ ਸਤ ਹੈ ਤੇ ਸ਼ਰਧਾ ਇਸਤਰੀ ਹੈ। ਮਾਧਵ ਵਿਸ਼ਨੂੰ ਜੀ ਮਿੱਤਰ ਹਨ। ਉਸ ਪ੍ਰਯਾਗਰਾਜ ਤੀਰਥ ਦਾ ਖਜ਼ਾਨਾ ਚਾਰ ਪਦਾਰਥਾਂ ਨਾਲ ਭਰਪੂਰ ਹੈ। ਪੁੰਨ ਅਸਥਾਨ, ਦਾਨ ਪੁੰਨ ਕਰਨ ਦੀ ਥਾਂ, ਉਸ ਦਾ ਸੁੰਦਰ ਰਾਜ ਹੈ। ਛੇਤਰ ਅਗੰਮ ਗੜ ਗੜੇ ਸੁਹਾਵਾ, ਸੁਪਨੇ ਨਹੰ ਪ੍ਰਤਪਸ਼ਨ ਪਾਵਾ, ਸੇਨ ਸਕਲ ਤੀਰਥ ਬਰ ਬੀਰਾ, ਕਲੋਸ਼ ਅਨੀਕ ਦਲਨ ਰਨ ਤੀਰਾ। ਅਰਥ, ਉਸ ਦਾ ਖੇਤਰ ਅਗੰਮ ਸੁੰਦਰ ਤੇ ਕਿਲ੍ਹੇਬੰਦ ਹੈ। ਵੈਰੀ ਸੁਪਨੇ ਵਿੱਚ ਵੀ ਦੁਖੀ ਕਰ ਸਕਣ ਦਾ ਖਿਆਲ ਨਹੀਂ ਕਰ ਸਕਦਾ। ਬਾਕੀ ਦੇ ਸਾਰੇ ਤੀਰਥ ਉਸ ਪ੍ਰਯਾਗਰਾਜ ਦੀ ਸੈਨਾ ਹਨ, ਜਿਹੜੇ ਕਿ ਪਾਪਾਂ ਦੀ ਸੈਨਾ ਨੂੰ ਨਸ਼ਟ ਕਰਨ ਵਾਲੇ ਹਨ। ਸੰਗਮ ਸਿੰਘਾਸਨ ਸੁਠ ਸੋਹਾ, ਛਤਰ ਅਖਵਟ ਮੁਨ ਮਨ ਮੋਹਾ, ਚੰਵਰ ਜਮਨ ਅਰ ਗੰਗ ਤਰੰਗਾ, ਦੇਖ ਹੋਏ ਦੁਖ ਦਾਰਿਦ ਪੰਗਾ। ਅਰਥ, ਸ੍ਰੀ ਗੰਗਾ ਜਮਨਾ ਤੇ ਸਰਸਵਤੀ ਦਾ ਸੰਗਮ ਸੁਹਾਵਣਾ ਸਿੰਘਾਸਨ ਹੈ। ਮੁਨੀਆਂ ਦੇ ਮਨ ਨੂੰ ਮੋਹਿਤ ਕਰਨ ਵਾਲਾ ਭਾਵ ਮੁਕਤੀ ਪਦਾਰਥ ਕਰਨ ਵਾਲਾ ਬੋਹੜ ਦਾ ਦਰਖਤ ਛਤਰ ਹੈ। ਗੰਗਾ ਜਮਨਾ ਦੀਆਂ ਲਹਿਰਾਂ ਦੇ ਚਵਰ ਦੇ ਦਰਸ਼ਨ ਕਰਨ ਨਾਲ ਦਲਿੱਦਰ ਨਸ਼ਟ ਹੁੰਦੇ ਹਨ। ਸੇਵਤ ਸੋਕ੍ਰਿਤ ਸਾਧ ਸੁਚ, ਪਾਵੰ ਸਭ ਮਨ ਕਾਮ, ਬੰਦੀ ਬੇਦ ਪੁਰਾਣ ਗਨ, ਕਹਿੰ ਬਿਲਮ ਗੁਣ ਗ੍ਰਾਮ। ਅਰਥ, ਪੁੰਨ ਆਤਮਾਵਾਂ ਤੇ ਪਵਿੱਤਰ ਸਾਧੂ ਲੋਕ ਉਸ ਦੀ ਸੇਵਾ ਕਰਦੇ ਹਨ। ਸਾਰੇ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਵੇਦ ਤੇ ਪੁਰਾਣ ਵੀ ਇਸ ਦੇ ਬੰਦੀ ਗਣ ਵਾਂਗ ਸ਼ੁਭ ਗੁਣਾਂ ਨੂੰ ਦੱਸਦੇ ਹਨ। ਭਾਵ ਵੇਦ ਆਦਿ ਧਰਮ ਪੁਸਤਕਾਂ ਪ੍ਰਯਾਗਰਾਜ ਤੀਰਥ ਦੀ ਮਹਿਮਾ ਕਰਦੇ ਥੱਕਦੇ ਨਹੀਂ ਹਨ। ਕਹਿ ਸੀਏ ਲੱਛਣ ਸਖੇ ਸੁਨਾਈ, ਸਿਰਮੁਖ ਤੀਰਥ ਰਾਜ ਬਡਾਈ, ਕਰ ਪ੍ਰਣਾਮ ਦੇਖਤ ਬਨ ਬਾਗਾ, ਕਹਤ ਮਹਾਤਮ ਅਤ ਅਨੁਰਾਗਾ। ਅਰਥ, ਸ੍ਰੀ ਰਾਮ ਚੰਦਰ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਤੀਰਥ ਰਾਜ ਪ੍ਰਯਾਗ ਦੀ ਵਡਿਆਈ ਅਤੇ ਕਥਾ ਸੀਤਾ, ਲਛਮਣ ਅਤੇ ਰਾਜਾ ਗੋਹ ਨੂੰ ਸੁਣਾਈ ਤੇ ਉਥੋਂ ਦੀ ਹਰ ਵਸਤੂ ਦਾ ਮਹਾਤਮ ਪ੍ਰੇਮ ਨਾਲ ਆਖ ਸੁਣਾਇਆ। ਇਹ ਬਿਦ ਆਏ ਬਿਲੋਕੀ ਬੇਨੀ, ਸੋਮ੍ਰਿਤ ਸਕਲ ਸੁਮੰਗਲ ਦੇਨੀ, ਮੁੰਦਤ ਨਹਾਏ ਕੀਨ ਸ਼ਿਵ ਸੇਵਾ, ਪੂਜ ਜਥਾ ਬਿਦ ਤੀਰਥ ਦੇਵਾ। ਅਰਥ, ਇਸੇ ਤਰ੍ਹਾਂ ਜਦ ਅੱਗੇ ਚੱਲ ਕੇ ਤਰਬੇਣੀ ਦੇ ਦਰਸ਼ਨ ਕੀਤੇ, ਉਹ ਤਰਬੇਣੀ ਜਿਹੜੀ ਦਰਸ਼ਨ ਕਰਨ ਨਾਲ ਹੀ ਹਰ ਪ੍ਰਕਾਰ ਦੇ ਕਲਿਆਣਕਾਰੀ ਪਦਾਰਥ ਬਖਸ਼ਣ ਵਾਲੀ ਹੈ, ਉੱਥੇ ਉਹਨਾਂ ਨੇ ਖੁਸ਼ੀ ਨਾਲ ਇਸ਼ਨਾਨ ਕੀਤਾ, ਵਿਧੀ ਪੂਰਵਕ ਤੀਰਥ ਦੇਵਤਿਆਂ ਦੀ ਪੂਜਾ ਕੀਤੀ ਤੇ ਸ਼ਿਵ ਦੇ ਦਰਸ਼ਨ ਕੀਤੇ। ਸ੍ਰੀ ਰਾਮ ਚੰਦਰ ਜੀ ਨੂੰ ਪਰਮੇਸ਼ਰ ਕਹਿ ਕੇ ਫਿਰ ਉਸੇ ਨੂੰ ਪਰਮੇਸ਼ਰ ਦੀ ਕਿਰਤ ਤੀਰਥਾਂ ਦੇ ਭਟਕਦੇ ਦਰਸਾਉਣ ਨਾਲ ਬ੍ਰਾਹਮਣ ਆਪਣੀ ਕਿਸ ਯੋਜਨਾ ਦੀ ਪੂਰਤੀ ਕਰ ਰਿਹਾ ਸੀ, ਜਰਾ ਗਹੁ ਨਾਲ ਵਿਚਾਰੀਏ ਤਾਂ ਇਹ ਨਿਰਣਾ ਕਰਨਾ ਔਖਾ ਹੋ ਜਾਂਦਾ ਹੈ ਕਿ ਸ੍ਰੀ ਰਾਮ ਜੀ ਵੱਡੇ ਸਨ ਕਿ ਇਹ ਤੀਰਥ ਅਥਵਾ ਬੋਹੜ ਦਾ ਰੁੱਖ ਵੱਡਾ ਸੀ। ਰਾਮ ਪ੍ਰਭੂ ਦੀ ਗੱਲ ਤਾਂ ਕਿਤੇ ਰਹੀ। ਕਬੀਰ ਜੀ ਤਾਂ ਇਸ ਗੱਲੋਂ ਵੀ ਉਦਾਸ ਹਨ ਕਿ ਹਰੀ ਦਾ ਭਗਤ ਵੱਡਾ ਹੈ ਕਿ ਤੀਰਥ ਵੱਡੇ ਹਨ। ਕਹਿ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਪੰਨਾ 331। ਪਰ ਬ੍ਰਾਹਮਣ ਦੇ ਲਿਖਣ ਢੰਗ ਨੇ ਤਾਂ ਰਾਮ ਰੂਪ ਪਰਮਾਤਮਾ ਨਾਲੋਂ ਵੀ ਤੀਰਥ ਨੂੰ ਬੜੀ ਉੱਚੀ ਥਾਂ ਜਾ ਖੜਾ ਕੀਤਾ ਹੈ। ਨਾਨਕ ਚੀਨੇ ਆਪ ਕੋ ਸੋ ਅਪਰ ਅਪਾਰਾ। ਪੰਨਾ 229।
ਆਓ ਜਰਾ ਆਪਣੇ ਅੰਦਰ ਵੀ ਝਾਤੀ ਮਾਰ ਵੇਖੀਏ। ਇੱਕ ਪਾਸੇ ਤਾਂ ਭਾਵੇਂ ਝੂਠ ਦਾ ਆਸਰਾ ਲੈ ਕੇ ਹੀ ਸਹੀ, ਪਰ ਤੀਰਥਾਂ ਦੀ ਮਹਿਮਾ ਵਧਾਉਣ ਵਾਸਤੇ, ਤੀਰਥਾਂ ਦੀ ਸ਼ੋਭਾ ਕਰਦਾ ਹੋਇਆ ਰਾਮ ਰੂਪ ਪਰਮਾਤਮਾ ਨੂੰ ਦਰਸਾਇਆ ਜਾ ਰਿਹਾ ਹੈ। ਇੱਧਰ ਜਿਸ ਪਰਮ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਿਰਜਣਾ ਗੁਰਦੇਵ ਜੀ ਨੇ ਬੜੀਆਂ ਸੱਧਰਾਂ ਨਾਲ ਆਪ ਕੀਤੀ ਸੀ ਅਤੇ ਜਿਸ ਨੂੰ ਸਾਰੀ ਮਨੁੱਖਤਾ ਦਾ ਸਾਂਝਾ ਕਹਿ ਕੇ ਚੌਹੀਂ ਪਾਸੀਂ ਦਰਵਾਜ਼ੇ ਬਣਾਏ ਸਨ, ਨਿਰੋਲ ਮਾਇਆ ਦੇ ਮੋਹ ਕਾਰਨ ਉਸੇ ਦਰਬਾਰ ਸਾਹਿਬ ਦੇ ਅੰਦਰ ਮੋਰਚਾਬੰਦੀ ਕਰਕੇ ਗੋਲੀ ਬਰੂਦ ਦੇ ਢੇਰ ਇਕੱਤਰ ਕਰਦੇ ਸਮੇਂ ਇਸ ਗੱਲ ਦੀ ਵੀ ਅਸਾਂ ਪਰਵਾਹ ਨਾ ਕੀਤੀ ਕਿ ਇਸ ਤਰ੍ਹਾਂ ਕਰਨ ਨਾਲ ਉਸੇ ਦੁਸ਼ਮਣ ਸਰਕਾਰ ਦੇ ਕਾਨੂੰਨ ਦੀ ਘੋਰ ਉਲੰਘਣਾ ਕੀਤੀ ਜਾਣੀ ਹੈ, ਜਿਹੜੀ ਸਰਕਾਰ ਸਿੱਖੀ ਦਾ ਖੁਰਾ ਖੋਜ ਮਿਟਾ ਦੇਣ ਲਈ ਸਦਾ ਤੋਂ ਕਾਹਲੀ ਪੈਂਦੀ ਆ ਰਹੀ ਹੈ। ਗੁਰੂ ਪ੍ਰਤੀ ਆਪਣੀ ਅਥਾਹ ਸ਼ਰਧਾ ਦੇ ਰਾਗ ਅਲਾਪਣ ਵਾਲਾ ਸਿੱਖ ਗੁਰੂ ਘਰ ਦੇ ਦੁਸ਼ਮਣਾਂ ਲਈ ਅਜਿਹਾ ਬਹਾਨਾ ਤਿਆਰ ਕਰ ਰਿਹਾ ਹੈ ਕਿ ਉਹ ਆਪਣੀ ਅਪਾਰ ਸ਼ਕਤੀ ਨਾਲ ਆ ਕੇ ਇਸ ਮਹਾਨ ਤੀਰਥ ਅਸਥਾਨ ਦੀ ਜੀ ਆਈ ਬੇਅਦਬੀ ਕਰਦੇ ਹੋਏ ਇਸ ਪਾਵਨ ਪਵਿੱਤਰ ਹਰੀ ਮੰਦਰ ਦੇ ਅੰਦਰ ਬੇਗੁਨਾਹਾਂ ਦੀਆਂ ਲਾਸ਼ਾਂ ਦੇ ਸੜਾਂਦ ਮਾਰਦੇ ਢੇਰ ਉਸਾਰ ਸਕਣ ਅਤੇ ਫਿਰ ਪਰਮ ਸੱਚ ਨਾਲ ਜੋੜਨ ਲਈ ਬਣਾਏ ਇਸ ਦਰਬਾਰ ਸਾਹਿਬ ਜੀ ਦੇ ਸਰੋਵਰ ਦੇ ਕੰਢੇ 'ਤੇ 1973 ਵਿੱਚ ਤਾਜ਼ੀ ਬੇਰੀ ਲਾ ਕੇ ਲੋਕਾਂ ਵਿੱਚ ਇਹ ਝੂਠਾ ਭਰਮ ਬਣਾਇਆ ਹੈ ਕਿ ਇਹ ਬੇਰੀ ਕਥਿਤ ਰਜਨੀ ਦੇ ਸਮੇਂ ਵਾਲੀ ਦੁੱਖ ਭੰਜਨੀ ਹੀ ਹੈ। ਸੋ ਸੱਚ ਦੇ ਦਰਬਾਰ ਵਿੱਚ ਦੋਹਰੇ ਝੂਠ, ਨੰਬਰ 1 ਨਕਲੀ, ਨੰਬਰ 2 ਬੇਰੀ ਦੀ ਪੂਜਾ ਕਰਾਈ ਜਾਣ ਦਾ ਅੱਡਾ ਬਣਾ ਕੇ ਬ੍ਰਾਹਮਣੀ ਝੂਠ ਨੂੰ ਵੀ ਪਿੱਛੇ ਛੱਡ ਦਿੱਤੇ ਜਾਣ ਦਾ ਕੋਝਾ ਉਦਮ ਕੀਤਾ ਹੋਇਆ ਹੈ। ਦੁਸ਼ਮਣ ਦੇ ਗੋਲਿਆਂ ਦੀ ਮਾਰ ਨਾਲੋਂ ਸੱਜਣ ਦਾ ਮਾਰਿਆ ਫੁੱਲ ਵੀ ਬਹੁਤੀ ਪੀੜ ਕਰਦਾ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 3, ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਦੂਜੇ ਕਾਂਡ ਦਾ 7ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।